ਲੋਕ ਇੰਨੇ ਮੂਰਖ ਨਹੀਂ ਹਨ ਕਿ ਉਹ ਕਹਾਣੀ ਸੁਣਾ ਦੇਣ ਕਿ ਇਹ ਹੋਵੇਗਾ ਅਤੇ ਇਹ ਹੋਵੇਗਾ ਅਤੇ ਫਿਰ ਉਹ ਗਵਾਚ ਜਾਣਗੇ। ਜਦੋਂ ਨੀਤੀਸ਼ ਨੇ ਲਖਨਊ ਆ ਕੇ ਅਖਿਲੇਸ਼ ਨਾਲ ਮੁਲਾਕਾਤ ਕੀਤੀ ਤਾਂ ਕੀ ਉਹ ਮਾਇਆਵਤੀ ਨੂੰ ਮਿਲੇ ਸਨ? ਮੈਨੂੰ ਨਹੀਂ ਲੱਗਦਾ ਅਜਿਹਾ ਹੋਇਆ। ਉਹ ਉਹਨਾਂ ਨੂੰ ਵੀ ਨਹੀਂ ਮਿਲੇ। ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਇਆ ਹੈ। ਅਸੀਂ ਕਿਸੇ ਦਾ ਹਿੱਸਾ ਹੋ ਸਕਦੇ ਹਾਂ। ਮੇਰਾ ਮਤਲਬ ਹੈ ਇੰਡੀਆ ਗੱਠਜੋੜ ਜਾਂ ਇਸ ਲਈ ਵੀ ਇੰਡੀ ਗੱਠਜੋੜ ਤੁਸੀਂ ਉਹਨਾਂ ਦਾ ਹਿੱਸਾ ਹੋ ਸਕਦੇ ਹੋ। ਇੱਕ ਰਾਤ ਦੇ ਖਾਣੇ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ। ਆਕਾਸ਼ ਆਨੰਦ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ। ਇਹ ਤੁਹਾਡੇ ਲਈ ਬਹੁਤ ਵਧੀਆ ਹੈ। ਮੈਂ ਜਾਣਦਾ ਹਾਂ ਕਿ ਇਹ ਤੁਹਾਡੇ ਲਈ ਇੱਕ ਵਿਅਸਤ ਸਮਾਂ ਹੈ ਅਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਸਖਤ ਮਿਹਨਤ ਕਰ ਰਹੇ ਹੋ। ਮੇਰੀ ਜ਼ਿੰਦਗੀ ਵਿੱਚ ਇੱਕ ਵਾਰ ਨਹੀਂ, ਮੈਂ ਬਹੁਤ ਸਮਾਂ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ ਸੀ, ਪਰ ਮੈਨੂੰ ਰੱਖਣ ਲਈ ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਧੰਨਵਾਦ। ਬਹੁਤ ਅੱਛਾ। ਮੈਂ ਤੁਹਾਨੂੰ ਸਿਰਫ ਇਹ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਇੰਡੀਆ ਵਿੱਚ ਕਿਉਂ ਨਹੀਂ ਸ਼ਾਮਲ ਹੋਏ? ਬੀਐਸਪੀ ਇੰਡੀਆ ਨਾਲ ਕਿਉਂ ਨਹੀਂ ਜੁੜੀ? ਅਸੀਂ ਇੰਡੀ ਬਲਾਕ ਵਿੱਚ ਸ਼ਾਮਲ ਨਹੀਂ ਹੋਏ ਕਿਉਂਕਿ ਨਿਸ਼ਚਿਤ ਤੌਰ ਤੇ ਵਿਚਾਰ ਪ੍ਰਕਿਰਿਆ ਜਾਂ ਨੀਤੀਆਂ ਜੋ ਉਹ ਲਾਗੂ ਕਰਨਾ ਚਾਹੁੰਦੇ ਹਨ, ਅਸੀਂ ਉਹਨਾਂ ਸਿਧਾਂਤਾਂ ਤੇ ਉਹਨਾਂ ਨਾਲ ਇਕਸਾਰ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਉਹਨਾਂ ਕੋਲ ਆਪਣੇ ਵਾਅਦੇ ਪੂਰੇ ਨਾ ਕਰਨ ਦਾ ਰਿਕਾਰਡ ਹੈ ਅਤੇ ਨਾ ਸਿਰਫ ਇੰਡੀ ਬਲਾਕ ਜਾਂ ਐਨਡੀਏ ਪੱਖ। ਅਸੀਂ ਬਹੁਤ ਆਰਾਮਦਾਇਕ ਅਤੇ ਭਰੋਸਾ ਨਹੀਂ ਮਹਿਸੂਸ ਕਰਦੇ ਕਿ ਉਹ ਜੋ ਵੀ ਕਰ ਰਹੇ ਹਨ ਉਹ ਪ੍ਰਦਾਨ ਕਰਨ ਦੇ ਯੋਗ ਹੋਣਗੇ। ਮੈਨੂੰ ਦੱਸੋ ਕਿ ਉਹ ਆਏ ਸਨ ਅਤੇ ਤੁਹਾਨੂੰ ਬੁਲਾਇਆ ਸੀ ਜਾਂ ਕੀ ਉਹਨਾਂ ਨੇ ਅਜਿਹਾ ਨਹੀਂ ਕੀਤਾ? ਉਹ ਸ਼ੁਰੂ ਵਿੱਚ ਸਾਨੂੰ ਬੋਰਡ ਵਿੱਚ ਲਿਆਉਣ ਜਾਂ ਬੀਐਸਪੀ ਨੂੰ ਸ਼ਾਮਲ ਕਰਨ ਤੋਂ ਬਹੁਤ ਝਿਜਕਦੇ ਸਨ। ਉਸ ਦੇ ਹਿੱਸੇ ਵਜੋਂ ਇੰਡੀ ਬਲਾਕ ਉਹ ਝਿਜਕਦੇ ਸਨ? ਹਾਂ, ਮੈਨੂੰ ਲੱਗਦਾ ਹੈ ਕਿ ਨਹੀਂ ਤਾਂ ਉਹ ਸ਼ੁਰੂ ਵਿੱਚ ਹੀ ਆ ਜਾਂਦੇ ਜਦੋਂ ਉਹ ਸਭ ਕੁਝ ਤਿਆਰ ਕਰ ਰਹੇ ਹੁੰਦੇ। ਸ਼ੁਰੂ ਵਿੱਚ ਕੀ ਹੋਇਆ? ਜਦੋਂ ਨੀਤੀਸ਼ ਲਖਨਊ ਆਏ ਅਤੇ ਅਖਿਲੇਸ਼ ਨੂੰ ਮਿਲੇ ਤਾਂ ਕੀ ਉਹ ਮਾਇਆਵਤੀ ਨੂੰ ਮਿਲੇ ਸਨ? ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਇਆ ਹੈ। ਉਹ ਉਹਨਾਂ ਨੂੰ ਵੀ ਨਹੀਂ ਮਿਲੇ। ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਇਆ ਹੈ। ਉਹਨਾਂ ਨੇ ਕੀ ਕੀਤਾ? ਮੈਨੂੰ ਨਹੀਂ ਪਤਾ ਕਿ ਕੋਈ ਕੀ ਕਰਦਾ ਹੈ। ਮੇਰਾ ਮਤਲਬ ਹੈ ਇਨਸਾਨ ਹਨ। ਉਹਨਾਂ ਨੇ ਜੋ ਵੀ ਸਹੀ ਸਮਝਿਆ ਉਹੀ ਕੀਤਾ, ਪਰ ਮੈਨੂੰ ਲੱਗਦਾ ਹੈ ਕਿ ਉਹ ਨਹੀਂ ਸੋਚਦੇ ਕਿ ਸਾਨੂੰ ਲੋੜੀਂਦਾ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਠੀਕ ਹੈ। ਜੇ ਉਹ ਸੋਚਦੇ ਹਨ ਕਿ ਉਹ ਸਾਡੇ ਬਿਨਾਂ ਜਿੱਤ ਸਕਦੇ ਹਨ ਤਾਂ ਉਹਨਾਂ ਨੂੰ ਜਾਣ ਦਿਓ। ਪਰ ਉਹ ਅਖਿਲੇਸ਼ ਨੂੰ ਮਿਲੇ ਅਤੇ ਮਾਇਆਵਤੀ ਜੀ ਨੂੰ ਮਿਲਣ ਲਈ ਨਹੀਂ ਕਿਹਾ। ਇਹ ਨਹੀਂ ਕਿ ਮੈਂ ਜਾਣੂ ਹਾਂ। ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣੇ ਅਤੀਤ ਗੁਆਚੇ ਹੋਏ ਵੋਟਰਾਂ ਨੂੰ ਤੁਹਾਡੇ ਕੋਲ ਵਾਪਸ ਲਿਆਉਣ ਲਈ ਕਿਵੇਂ ਯੋਜਨਾ ਬਣਾ ਰਹੇ ਹੋ? ਰਣਨੀਤੀ ਕੀ ਹੈ? ਰਣਨੀਤੀ ਸਧਾਰਨ ਹੈ। ਅਸੀਂ ਉਹਨਾਂ ਰਣਨੀਤੀਆਂ ਨੂੰ ਲਾਗੂ ਕਰਾਂਗੇ ਜਿਨ੍ਹਾਂ ਤੇ ਅਸੀਂ 2007-2012 ਦੀ ਸਰਕਾਰ ਵਿੱਚ ਕੰਮ ਕੀਤਾ ਹੈ, ਵੱਡੇ ਪੈਮਾਨੇ ਤੇ ਪੂਰੇ ਭਾਰਤ ਵਿੱਚ। ਅਸੀਂ ਬਹਿਨ ਜੀ ਦੇ ਸ਼ਾਸਨ ਅਤੇ ਵਿਕਾਸ ਮਾਡਲ ਨਾਲ ਸਮਾਜ ਵਿੱਚ ਵਾਪਸ ਜਾ ਰਹੇ ਹਾਂ। ਅਤੇ ਮੈਂ ਸੋਚਦਾ ਹਾਂ ਕਿ ਪਿਛਲੇ 10 ਸਾਲਾਂ ਵਿੱਚ ਰਾਜਨੀਤਿਕ ਦ੍ਰਿਸ਼ ਬਦਲਿਆ ਹੈ। ਮੇਰੇ ਖਿਆਲ ਵਿੱਚ ਸਾਰੇ ਨੌਜਵਾਨ ਵੋਟਰਾਂ ਅਤੇ ਇੱਥੋਂ ਤੱਕ ਕਿ ਸਿਆਣੇ ਵੋਟਰਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਚੋਣ ਮਨੋਰਥ ਪੱਤਰ ਇੱਕ ਮਾਰਕੀਟਿੰਗ ਚਾਲ ਵਾਂਗ ਹੀ ਰਹਿ ਗਿਆ ਹੈ। ਸਾਨੂੰ ਕਿਤੇ ਵੀ ਉਹਨਾਂ ਦੇ ਜ਼ਮੀਨੀ ਪੱਧਰ ਤੇ ਲਾਗੂ ਕਰਨ ਨੂੰ ਦੇਖਣ ਨੂੰ ਨਹੀਂ ਮਿਲਦਾ। ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਵਾਰ ਸਿਰਫ ਇੱਕ ਟਰੈਕ ਰਿਕਾਰਡ ਦੇ ਨਾਲ ਮਾਰਕੀਟ ਵਿੱਚ ਲੋਕਾਂ ਤੱਕ ਜਾਣਾ ਉਹਨਾਂ ਨੂੰ ਇਹ ਯਕੀਨ ਦਿਵਾਉਣ ਲਈ ਕਾਫੀ ਹੋਵੇਗਾ ਕਿ ਅਸੀਂ ਇਸ ਪੜਾਅ ਤੇ ਦੇਸ਼ ਤੇ ਸ਼ਾਸਨ ਕਰਨ ਲਈ ਇੱਕ ਬਿਹਤਰ ਫਿੱਟ ਹਾਂ। ਇੱਥੇ ਤੁਹਾਡਾ ਮੁੱਖ ਵਿਰੋਧੀ ਕੌਣ ਹੈ? ਤੁਸੀਂ ਮੁੱਖ ਤੌਰ ਤੇ ਕਿਸ ਨਾਲ ਲੜ ਰਹੇ ਹੋ? ਬੀਜੇਪੀ ਜਾਂ ਯੂਰਪ ਵਿੱਚ ਐਸਪੀ? ਤੁਸੀਂ ਮੁੱਖ ਤੌਰ ਤੇ ਯੂਪੀ ਪਾਰਟੀ ਹੋ, ਤਾਂ ਤੁਸੀਂ ਮੁੱਖ ਤੌਰ ਤੇ ਕਿਸ ਨਾਲ ਲੜ ਰਹੇ ਹੋ? ਇਸ ਲਈ ਅਸੀਂ ਮੁੱਖ ਤੌਰ ਤੇ ਯੂਪੀ ਨਹੀਂ ਹਾਂ। ਹਾਂ, ਅਸੀਂ ਯੂਪੀ ਵਿੱਚ ਬਹੁਤ ਸਫਲਤਾ ਦੇਖੀ ਹੈ ਸੰਸਦੀ ਰੂਪ ਵਿੱਚ, ਪਰ ਜੇਕਰ ਤੁਸੀਂ ਸਾਡੇ ਵੋਟ ਸ਼ੇਅਰ ਤੇ ਨਜ਼ਰ ਮਾਰੋ ਤਾਂ ਅਸੀਂ ਦੇਸ਼ ਭਰ ਵਿੱਚ ਫੈਲੇ ਹੋਏ ਹਾਂ। ਤੁਸੀਂ ਯੂਪੀ ਵਿੱਚ ਸਭ ਤੋਂ ਵੱਡੇ ਹੋ। ਅਸੀਂ ਯੂਪੀ ਵਿੱਚ ਸਭ ਤੋਂ ਵੱਡੇ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਸਾਰੇ ਰਾਜਾਂ ਵਿੱਚ ਚਿੰਤਾਵਾਂ ਉਠਾਉਣ ਦੇ ਯੋਗ ਹੋਏ ਹਾਂ, ਭਾਵੇਂ ਇਹ ਤਾਮਿਲਨਾਡੂ ਹੋਵੇ, ਭਾਵੇਂ ਇਹ ਮਹਾਰਾਸ਼ਟਰ ਹੋਵੇ ਜਾਂ ਮੱਧ ਪ੍ਰਦੇਸ਼। ਤਾਂ ਤੁਹਾਡਾ ਮੁੱਖ ਵਿਰੋਧੀ ਕੌਣ ਹੈ? ਤੁਹਾਡਾ ਵਿਰੋਧੀ ਦੂਜੇ ਨਾਲੋਂ ਥੋੜਾ ਵੱਧ ਕੌਣ ਹੈ? ਬੀਜੇਪੀ। ਮੈਨੂੰ ਪਤਾ ਹੈ ਕਿ ਤੁਸੀਂ ਦੋਵੇਂ ਕਹੋਗੇ, ਪਰ ਥੋੜਾ ਹੋਰ ਕੌਣ ਹੈ? ਦੇਖੋ, ਲੋਕਾਂ ਦੇ ਹਿੱਤ ਵਿੱਚ, ਸਾਡੇ ਵੋਟਰਾਂ ਦੇ ਹਿੱਤ ਵਿੱਚ, ਆਪਣੇ ਭਾਈਚਾਰਿਆਂ ਦੇ ਹਿੱਤ ਵਿੱਚ, ਜਿਨ੍ਹਾਂ ਦੀ ਅਸੀਂ ਨੁਮਾਇੰਦਗੀ ਕਰ ਰਹੇ ਹਾਂ,
ਅਸੀਂ ਕਿਸੇ ਦਾ ਵਿਰੋਧ ਕਰਨ ਜਾਂ ਕਿਸੇ ਨੂੰ ਲੱਭਣ ਅਤੇ ਇਹ ਕਹਿਣ ਦੀ ਬਜਾਏ ਕਿ ਉਹ ਮਾੜਾ ਹੈ ਜਾਂ ਇਹ ਸਹੀ ਹੈ ਜਾਂ ਇਹ ਗਲਤ ਹੈ, ਅਸੀਂ ਲੋਕਾਂ ਦੇ ਨਾਲ ਹਾਂ। ਮੈਂ ਸਮਝਦਾ ਹਾਂ ਕਿ ਸਾਨੂੰ ਕੋਈ ਵੀ ਤੇਜ਼ ਸਰਕਾਰ ਚਲਾਉਣ ਦੇ ਯੋਗ ਨਹੀਂ ਲੱਗਦੀ। ਪਰ ਤੁਹਾਡੇ ਭਾਸ਼ਣਾਂ ਵਿੱਚ, ਤੁਹਾਡੀਆਂ ਨੀਤੀਆਂ ਵਿੱਚ ਤੁਸੀਂ ਮੁੱਖ ਤੌਰ ਤੇ ਕਿਸ ਨੂੰ ਨਿਸ਼ਾਨਾ ਬਣਾ ਰਹੇ ਹੋ? ਬੀਜੇਪੀ ਜਾਂ ਐਸਪੀ? ਅਸੀਂ ਕਿਸੇ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਹਾਂ। ਤੁਸੀਂ ਹੁਣ ਬਹੁਤ ਕੂਟਨੀਤਕ ਹੋ ਰਹੇ ਹੋ। ਮੇਰਾ ਮਤਲਬ ਹੈ ਕਿ ਰਾਜਨੀਤੀ ਹੈ, ਰਾਜਨੀਤੀ ਮੁਕਾਬਲਾ ਹੈ। ਦੇਖੋ, ਅਸੀਂ ਜਿਸ ਬਾਰੇ ਗੱਲ ਕਰਦੇ ਹਾਂ ਉਹ ਕਿਸੇ ਦੀਆਂ ਨੀਤੀਆਂ ਅਤੇ ਉਹਨਾਂ ਦੀਆਂ ਕਾਰਵਾਈਆਂ ਹਨ। ਚਾਹੇ ਬੀਜੇਪੀ ਜਾਂ ਫਿਰ ਇਹ ਕਾਂਗਰਸ ਹੋਵੇ ਜਾਂ ਐਸਪੀ ਜਾਂ ਫਿਰ ਇਸ ਮਾਮਲੇ ਲਈ ਉਹਨਾਂ ਨੇ ਜੋ ਨੀਤੀਗਤ ਫੈਸਲੇ ਲਏ ਹਨ ਉਹ ਸਾਡੇ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ ਅਤੇ ਅਸੀਂ ਅਸਲ ਵਿੱਚ ਇਸ ਦਾ ਵਿਰੋਧ ਕਰ ਰਹੇ ਹਾਂ। ਅਸੀਂ ਵੋਟਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਉਹ ਸਹੀ ਵਿਅਕਤੀ ਚੁਣਨ ਜੋ ਦੇਸ਼ ਦੀ ਅਗਵਾਈ ਕਰ ਸਕੇ, ਜਿਸ ਦੇ ਦਿਲ ਵਿੱਚ ਉਹਨਾਂ ਦੇ ਹਿੱਤ ਹਨ। ਮੈਨੂੰ ਲੱਗਦਾ ਹੈ ਕਿ ਇਹ ਵਧੇਰੇ ਮਹੱਤਵਪੂਰਨ ਹੈ। ਠੀਕ ਹੈ, ਮੈਨੂੰ ਇਹ ਕੋਸ਼ਿਸ਼ ਕਰਨ ਦਾ ਇੱਕ ਹੋਰ ਤਰੀਕਾ ਰੱਖਣ ਦਿਓ ਅਤੇ ਤੁਹਾਨੂੰ ਬਹੁਤ ਕੂਟਨੀਤਕ ਨਾ ਬਣਨ ਦਿਓ। ਨੰਬਰ 1, ਤੁਹਾਡੀਆਂ ਵੋਟਾਂ ਦਾ ਸਭ ਤੋਂ ਵੱਡਾ ਖਤਰਾ ਕਿੱਥੇ ਹੈ? ਬੀਜੇਪੀ ਜਾਂ ਐਸਪੀ ਨੂੰ? ਜਾਂ ਤੁਹਾਨੂੰ ਬੀਜੇਪੀ ਤੋਂ ਵੋਟਾਂ ਮਿਲਣ ਦੀ ਸਭ ਤੋਂ ਵੱਡੀ ਸੰਭਾਵਨਾ ਕਿੱਥੋਂ ਹੈ? ਜਾਂ ਐਸਪੀ ਸਮਰਥਕਾਂ ਤੋਂ? ਮੈਨੂੰ ਲੱਗਦਾ ਹੈ ਕਿ ਸਾਡੇ ਵੋਟਰ ਹਰ ਤਰ੍ਹਾਂ ਦੇ ਪਿਛੋਕੜ, ਸਾਰੇ ਭਾਈਚਾਰਿਆਂ, ਸਾਰੀਆਂ ਜਾਤਾਂ ਦੇ ਹਨ। ਜੇਕਰ ਤੁਸੀਂ ਇਸ ਨੂੰ ਉਸ ਨਜ਼ਰੀਏ ਤੋਂ ਦੇਖਦੇ ਹੋ, ਜੇਕਰ ਤੁਸੀਂ ਜਵਾਬ ਚਾਹੁੰਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਸਮੇਂ ਸਾਰੇ ਮੋਰਚਿਆਂ ਤੇ ਲੜ ਰਹੇ ਹਾਂ। ਇਹ ਇੱਕ ਅਜਿਹੀ ਚੋਣ ਹੋਣ ਜਾ ਰਹੀ ਹੈ ਜਿੱਥੇ ਵੋਟਰ ਇੱਕ ਬੀਜੇਪੀ, ਇੱਕ ਕਾਂਗਰਸ, ਇੱਕ ਐਸਪੀ ਅਤੇ ਸਾਨੂੰ ਵੀ ਉਡੀਕ ਰਹੇ ਹਨ। ਇਸ ਲਈ ਇਹ ਚਾਰੇ ਕੋਨਿਆਂ ਤੇ ਲੜਾਈ ਹੋਣ ਜਾ ਰਹੀ ਹੈ। ਤੁਸੀਂ ਕੀ ਸੋਚਦੇ ਹੋ? ਤੁਸੀਂ ਜੋ ਵੀ ਕਹਿ ਰਹੇ ਹੋ, ਕੀ ਤੁਸੀਂ ਉਹਨਾਂ ਵੋਟਰਾਂ ਤੱਕ ਆਪਣਾ ਸੰਦੇਸ਼ ਪਹੁੰਚਾ ਸਕੋਗੇ ਜੋ ਪਿਛਲੇ ਸਮੇਂ ਵਿੱਚ ਤੁਹਾਡੇ ਨਾਲ ਸਨ? ਤੁਹਾਨੂੰ ਕੀ ਲੱਗਦਾ ਹੈ? ਦੇਖੋ, ਜਿਸ ਤਰ੍ਹਾਂ ਪਿਛਲੇ 2.5-3 ਸਾਲਾਂ ਤੋਂ ਜ਼ਮੀਨੀ ਪੱਧਰ ਤੇ ਕਾਰਵਾਈ ਚੱਲ ਰਹੀ ਹੈ, ਸਾਨੂੰ ਪੂਰਾ ਭਰੋਸਾ ਹੈ ਕਿ ਕਾਡਰਾਂ ਦੇ ਨਾਲ ਜਿਹੜੇ ਵੋਟਰ ਇੱਥੇ ਉੱਥੇ ਭਟਕ ਗਏ ਹਨ, ਉਹ ਵੀ ਵਾਪਸ ਆਉਣਗੇ। ਸਾਡੇ ਸਾਰੇ ਸਾਥੀਆਂ ਨੇ ਸੁਸਾਇਟੀ ਵਿੱਚ ਜਾ ਕੇ ਲੋਕਾਂ ਨੂੰ ਬਹੁਤ ਸਪਸ਼ਟ ਕੀਤਾ ਹੈ ਕਿ ਮੁਫਤ ਰਾਸ਼ਨ ਦੇ ਕੇ, ਜੇਕਰ ਕੋਈ ਤੁਹਾਨੂੰ ਕਹੇ ਕਿ ਮੋਦੀ ਨੇ ਤੁਹਾਨੂੰ ਲੂਣ ਦਿੱਤਾ ਹੈ, ਤਾਂ ਹੁਣ ਸਮਾਂ ਆ ਗਿਆ ਹੈ ਕਿ ਉਹ ਲੋਕ ਉਹਨਾਂ ਦੇ ਉਪਕਾਰ ਦਾ ਭੁਗਤਾਨ ਕਰਨ। ਮੈਨੂੰ ਲੱਗਦਾ ਹੈ ਕਿ ਬਹਿਨ ਜੀ ਨੇ ਇਸ ਵਾਰ ਸਟੇਜ ਤੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਮੋਦੀ ਦਾ ਲੂਣ ਨਹੀਂ ਹੈ, ਇਹ ਤੁਹਾਡੇ ਟੈਕਸ ਦਾਤਿਆਂ ਦਾ ਪੈਸਾ ਹੈ ਜੋ ਤੁਹਾਨੂੰ ਰਾਸ਼ਨ ਦੇਣ ਲਈ ਤੁਹਾਡੀ ਜੇਬ ਵਿੱਚੋਂ ਕੱਢਿਆ ਜਾ ਰਿਹਾ ਹੈ। ਮੈਂ ਸਮਝਦਾ ਹਾਂ ਕਿ ਇਹ ਮਾਮਲੇ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਉਹਨਾਂ ਨੂੰ ਸਮਝਾਉਣ ਲਈ ਵਧੇਰੇ ਜ਼ਰੂਰੀ ਹਨ। ਜਿਹੜੀਆਂ ਗੱਲਾਂ ਤੁਹਾਨੂੰ ਭਾਵਨਾਤਮਕ ਤੌਰ ਤੇ ਉਲਝਾਉਂਦੀਆਂ ਹਨ, ਜਿਹੜੀਆਂ ਚੀਜ਼ਾਂ ਤੁਹਾਨੂੰ ਗੁੰਮਰਾਹ ਕਰਦੀਆਂ ਹਨ, ਭਾਵੇਂ ਉਹ ਧਰਮ ਬਾਰੇ ਹੋਣ, ਮੁਫਤ ਰਾਸ਼ਨ ਜਾਂ ਸਬਸਿਡੀ ਦੇ ਨਾਮ ਤੇ ਭਾਵਨਾਤਮਕ ਹੋਣ, ਇਹਨਾਂ ਸਾਰੇ ਮਾਮਲਿਆਂ ਨੂੰ ਜ਼ਮੀਨੀ ਪੱਧਰ ਤੇ ਹੱਲ ਕਰਨ ਦੀ ਜ਼ਰੂਰਤ ਹੈ ਅਤੇ ਸਾਨੂੰ ਇਹਨਾਂ ਮਾਮਲਿਆਂ ਦੇ ਸਭ ਤੋਂ ਉੱਪਰ ਖੜੇ ਹੋਣ ਦੀ ਜ਼ਰੂਰਤ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਲੋਕ ਸਮਝਦੇ ਹਨ ਕਿ ਕੌਣ ਉਹਨਾਂ ਦੇ ਭਲੇ ਦੀ ਗੱਲ ਕਰ ਰਿਹਾ ਹੈ ਅਤੇ ਕੌਣ ਉਹਨਾਂ ਦੇ ਨੁਕਸਾਨ ਦੀ ਗੱਲ ਕਰ ਰਿਹਾ ਹੈ। ਪਰ ਜ਼ਿਆਦਾਤਰ ਲਾਭਪਾਤਰੀ ਤੁਹਾਡੇ ਵੋਟਰ ਸਨ। ਹੁਣ ਉਹ ਸਾਰੇ ਉੱਥੇ ਚਲੇ ਗਏ ਹਨ। ਤਾਂ ਜੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਜ਼ਮੀਨ ਤੇ ਸਮਝ ਰਹੇ ਹਨ? ਦੇਖੋ, ਜੇ ਮੈਂ ਤੁਹਾਡੀ ਜੇਬ ਵਿੱਚੋਂ 30% ਪੈਸੇ ਕੱਢ ਲਵਾਂ ਅਤੇ ਫਿਰ ਮੈਂ ਤੁਹਾਨੂੰ ਉਸ 30% ਵਿੱਚੋਂ 1000 ਰੁਪਏ ਦਾ ਰਾਸ਼ਨ ਦੇਵਾਂ ਅਤੇ ਕਹਾਂ ਕਿ ਮੈਂ ਕੱਲ ਤੋਂ ਤੁਹਾਡੀ ਨੌਕਰੀ ਖੋਹ ਲਵਾਂਗਾ, ਤਾਂ ਤੁਸੀਂ ਵੀ ਸਮਝ ਜਾਓਗੇ। ਉਹ ਮੈਨੂੰ ਮੁਫਤ ਰਾਸ਼ਨ ਸਕੀਮ ਦਿਖਾ ਕੇ ਅਤੇ ਮੇਰੀ ਨੌਕਰੀ ਖੋਹ ਕੇ ਮੈਨੂੰ ਮੂਰਖ ਬਣਾ ਰਿਹਾ ਹੈ। ਇਸ ਲਈ ਸਾਨੂੰ ਵੀ ਬਹੁਤਾ ਸਮਝਾਉਣ ਦੀ ਲੋੜ ਨਹੀਂ। ਲੋਕ ਸਮਝਦੇ ਹਨ, ਬਹੁਤ ਸਮਝਦਾਰ ਲੋਕ ਹਨ। ਸਾਡੇ ਲੋਕ ਇੰਨੇ ਵੀ ਮੂਰਖ ਨਹੀਂ ਹਨ ਕਿ ਉਹ ਫਿਰ ਕੋਈ ਕਹਾਣੀ ਸੁਣਾ ਦੇਣ ਕਿ ਇਹ ਹੋ ਜਾਵੇਗਾ ਅਤੇ ਇਹ ਹੋ ਜਾਵੇਗਾ ਅਤੇ ਫਿਰ ਉਹ ਕੁਰਾਹੇ ਪੈ ਜਾਣਗੇ। ਇਹ ਇੰਨੀ ਵੱਡੀ ਚੁਣੌਤੀ ਹੈ। ਤੁਹਾਡੇ ਖਿਆਲ ਵਿੱਚ ਅਸਲ ਚੁਣੌਤੀ ਕੀ ਹੈ? ਮੇਰਾ ਮਤਲਬ ਹੈ, ਜੇ ਅਸੀਂ ਮੁੱਦੇ ਦੀ ਅਸਲ ਜੜ ਨੂੰ ਵੇਖਦੇ ਹਾਂ ਤਾਂ ਇਹ ਕੀ ਹੈ? ਉਹਨਾਂ ਦੀਆਂ ਸਕੀਮਾਂ। ਤੁਸੀਂ ਵੋਟਰਾਂ ਨੂੰ ਕਿਵੇਂ ਵਾਪਸ ਲਿਆਉਣਾ ਚਾਹੁੰਦੇ ਹੋ? ਦੇਖੋ, ਉਹਨਾਂ ਨੂੰ ਵਾਪਸ ਲਿਆਉਣ ਲਈ ਮੈਨੂੰ ਲੱਗਦਾ ਹੈ ਕਿ ਚੁਣੌਤੀ ਸਮਝਾਉਣਾ ਹੈ। ਸਾਡਾ ਸੰਦੇਸ਼ ਸਾਰਿਆਂ ਤੱਕ ਪਹੁੰਚਾਉਣਾ ਇੱਕ ਚੁਣੌਤੀ ਹੈ। ਸਮਝਾਉਣਾ ਕੋਈ ਚੁਣੌਤੀ ਨਹੀਂ ਹੈ ਜਾਂ ਲੋਕਾਂ ਨੂੰ ਸਮਝਾਉਣਾ ਕੋਈ ਚੁਣੌਤੀ ਨਹੀਂ ਹੈ। ਸਾਡੇ ਵੋਟਰ ਸਮਝਦਾਰ ਹਨ। ਜੇਕਰ ਮੋਦੀ ਜੀ ਦੀ ਗੱਲ ਕਰੀਏ ਤਾਂ ਇੱਕ ਸਮਾਂ ਸੀ ਜਦੋਂ ਉਹ ਕਹਿੰਦੇ ਸਨ ਕਿ ਮੈਂ 2 ਕਰੋੜ ਨੌਕਰੀਆਂ ਦਿਆਂਗਾ, ਰੋਜ਼ਗਾਰ ਪੈਦਾ ਕਰਾਂਗਾ, ਮੇਕ ਇਨ ਇੰਡੀਆ ਸ਼ੁਰੂ ਕਰਾਂਗਾ। ਅਤੇ ਅੱਜ
ਮੋਦੀ ਦੀ ਗਾਰੰਟੀ ਹੈ ਕਿ ਅਸੀਂ ਰਾਮ ਮੰਦਿਰ ਦੀ ਗੱਲ ਪੂਰੀ ਦੁਨੀਆ ਵਿੱਚ ਫੈਲਾਵਾਂਗੇ। ਅਸੀਂ ਨੌਕਰੀਆਂ, ਰੁਜ਼ਗਾਰ, ਮਹਿੰਗਾਈ ਘਟਾਉਣ ਦੀ ਗੱਲ ਕਰਦੇ ਸੀ, ਹੁਣ ਤੁਸੀਂ ਧਰਮ ਦੀ ਗੱਲ ਕਰ ਰਹੇ ਹੋ। ਇੱਥੇ ਲੋਕਤੰਤਰ ਹੈ ਅਤੇ ਇਹ ਭਾਰਤ ਧਰਮ ਦਾ ਹੀ ਬਣ ਗਿਆ ਹੈ। ਇਹ ਸਿਰਫ ਇੱਕ ਧਰਮ ਬਾਰੇ ਨਹੀਂ ਹੈ। ਘੱਟ ਗਿਣਤੀ ਸਮੂਹਾਂ ਅਤੇ ਘੱਟ ਗਿਣਤੀ ਧਰਮ ਸਮੂਹਾਂ ਨੂੰ ਉਹੀ ਅਧਿਕਾਰ ਹਨ ਜੋ ਇੱਕ ਹਿੰਦੂ ਦੇ ਅਧਿਕਾਰ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਨੂੰ ਤਰਜੀਹ ਦੇਣਾ ਗਲਤ ਪ੍ਰਸ਼ਾਸਨ ਹੈ ਅਤੇ ਇਸ ਵਾਰ ਉਹ ਜੋ ਮੈਨੀਫੈਸਟੋ ਲੈ ਕੇ ਆਏ ਹਨ ਉਹ ਵੀ ਉਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਉਹ ਭਾਰਤ ਨੂੰ ਕਿਸ ਦਿਸ਼ਾ ਵਿੱਚ ਲਿਜਾਣਾ ਚਾਹੁੰਦੇ ਹਨ ਅਤੇ ਸਾਡੇ ਵੋਟਰ ਇਸ ਲਈ ਤਿਆਰ ਨਹੀਂ ਹਨ। ਮੈਨੂੰ ਵੀ ਇਮਾਨਦਾਰੀ ਨਾਲ ਦੱਸੋ ਕਿ ਤੁਹਾਡਾ ਨਿਸ਼ਾਨਾ 2024 ਲੋਕ ਸਭਾ ਚੋਣਾਂ ਹੈ ਜਾਂ 2027 ਦੀਆਂ ਅਸੈਂਬਲੀ ਚੋਣਾਂ? ਇਸ ਲਈ ਅਸੀਂ ਦੋਵਾਂ ਨੂੰ ਨਿਸ਼ਾਨਾ ਬਣਾ ਰਹੇ ਹਾਂ। ਤੁਸੀਂ ਬਹੁਤ ਕੂਟਨੀਤਕ ਹੋ। ਸਭ ਕੁਝ ਬਰਾਬਰ ਹੈ। ਸਭ ਕੁਝ ਬਰਾਬਰ ਹੈ ਕਿਉਂਕਿ ਹਰ ਕੋਈ ਕਹਿ ਰਿਹਾ ਹੈ ਮਾਮੂਲੀ ਤੌਰ ਤੇ ਤੁਸੀਂ 2027 ਹੋਰ ਨੂੰ ਨਿਸ਼ਾਨਾ ਬਣਾ ਰਹੇ ਹੋ। ਇਸ ਲਈ ਅਸੀਂ 2024 ਨੂੰ ਨਿਸ਼ਾਨਾ ਬਣਾ ਰਹੇ ਹਾਂ। ਤੁਸੀਂ ਉਹਨਾਂ ਉਮੀਦਵਾਰਾਂ ਨੂੰ ਦੇਖਿਆ ਹੈ ਜੋ ਅਸੀਂ ਜ਼ਮੀਨ ਤੇ ਖੜੇ ਕੀਤੇ ਹਨ, ਠੀਕ ਹੈ। ਇਹ ਸਾਰੇ ਪੂਰੀ ਤਾਕਤ ਨਾਲ ਲੜ ਰਹੇ ਹਨ। ਉਹ ਮੈਦਾਨ ਵਿੱਚ ਹਨ ਅਤੇ ਮੈਨੂੰ ਯਕੀਨ ਹੈ ਕਿ ਪਹਿਲੇ ਪੜਾਅ ਦੀ VOTING ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਅਸੀਂ VOTING ਦੇ ਅਗਲੇ 6 ਪੜਾਵਾਂ ਵਿੱਚ ਵੀ ਕੁਝ ਸਕਾਰਾਤਮਕ ਪ੍ਰਭਾਵ ਦੇਖਾਂਗੇ। ਸਾਡੇ ਲਈ 2024 ਇੱਕ ਵੱਡੀ ਤਰਜੀਹ ਦੇ ਨਾਲ 2027 ਵੀ ਹੈ। ਇਸ ਲਈ ਅਸੀਂ ਤਿਆਰੀ ਕਰ ਰਹੇ ਹਾਂ। ਅਸੀਂ 2027 ਦੀ ਨੀਂਹ ਬਣਾ ਰਹੇ ਹਾਂ, ਪਰ ਇਹ ਸਾਡੇ ਲਈ ਇੱਕ ਠੋਸ ਚੋਣ ਹੈ। ਕੀ ਤੁਸੀਂ 2027 ਤੱਕ ਕਿਸੇ ਨਾਲ ਗੱਠਜੋੜ ਕਰੋਗੇ? नहीं, फिलहाल नहीं। उस मैडम ने फैसला लेना है। बहन जी ने फिलहाल 2027 ਨੂੰ ਕੋਈ फैसला नहीं लिया है। ने कोई फैसला नहीं लिया है, इसलिए कोई सहयोगी हो सकता है ਜਾਂ नहीं हो सकता। नहीं हो सकता। ਇਸ ਲਈ ਥਿਊਰੀ ਵਿੱਚ ਮੁੱਦਿਆਂ ਵਿੱਚੋਂ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਸਾਪੇਖਿਕ ਕਮੀ ਦਾ ਸਿਧਾਂਤ ਕਿਹਾ ਜਾਂਦਾ ਹੈ। ਇਸ ਦਾ ਮਤਲਬ ਕੀ ਹੈ? ਦਲਿਤਾਂ ਵਿੱਚ ਕਹੋ, ਤੁਹਾਡੇ ਕੋਲ ਜਾਤ ਦੀਆਂ ਬਹੁਤ ਸਾਰੀਆਂ ਪਰਤਾਂ ਹਨ। ਲੋਕ ਉੱਚ ਜਾਤੀ ਦੇ ਵਿਰੁੱਧ ਹੋਣ ਦੀ ਬਜਾਏ ਉਹਨਾਂ ਤੋਂ ਤੁਰੰਤ ਉੱਪਰ ਜਾਤ ਦੇ ਵਧੇਰੇ ਵਿਰੋਧੀ ਹਨ, ਕਿਉਂਕਿ ਉਹਨਾਂ ਦਾ ਉੱਚ ਜਾਤੀਆਂ ਨਾਲ ਬਹੁਤਾ ਸੰਪਰਕ ਨਹੀਂ ਹੈ, ਪਰ ਉਹਨਾਂ ਨੂੰ ਤੁਰੰਤ ਉੱਚ ਜਾਤੀ ਨਾਲ ਲਗਾਤਾਰ ਸਮੱਸਿਆਵਾਂ ਹਨ। ਤਾਂ ਕੀ ਤੁਹਾਨੂੰ ਦਲਿਤਾਂ ਦੇ ਅੰਦਰ ਇਹ ਸਮੱਸਿਆ ਹੈ ਕਿ ਦਲਿਤਾਂ ਦੀ ਇੱਕ ਕਿਸਮ ਆਪਣੇ ਉੱਪਰਲੀ ਜਾਤ ਨੂੰ ਤੁਰੰਤ ਪਸੰਦ ਨਹੀਂ ਕਰਦੀ, ਉਹ ਆਪਣੇ ਤੋਂ ਉੱਪਰ ਵਾਲੀ ਜਾਤ ਨੂੰ ਪਸੰਦ ਨਹੀਂ ਕਰਦੇ? ਰਿਸ਼ਤੇਦਾਰੀ ਦੀ ਘਾਟ। ਇਸ ਲਈ ਪਿਛਲੇ 4 ਤੋਂ 5 ਸਾਲਾਂ ਵਿੱਚ ਜੋ ਮੈਂ ਦੇਸ਼ ਭਰ ਵਿੱਚ ਸਮਾਂ ਬਿਤਾ ਰਿਹਾ ਹਾਂ, ਅਸੀਂ ਇਸ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਨਹੀਂ ਦੇਖਿਆ ਹੈ। ਮੇਰਾ ਮਤਲਬ ਹੈ ਕਿ ਅਸੀਂ ਇਹ ਮਹਿਸੂਸ ਕਰ ਲਿਆ ਹੈ ਕਿ BSP ਤੋਂ ਪਹਿਲਾਂ ਇਹ ਇੱਕ ਵੱਡੀ ਚਿੰਤਾ ਸੀ, ਪਰ ਜਿਵੇਂ ਸਮਾਂ ਅੱਗੇ ਵਧਿਆ ਹੈ, ਉਹਨਾਂ ਨੇ ਦੇਖਿਆ ਹੈ ਕਿ ਇਹ ਕਿਸੇ ਇੱਕ ਵਿਸ਼ੇਸ਼ ਜਾਤੀ ਬਾਰੇ ਨਹੀਂ ਹੈ, ਇਹ ਇੱਕ ਵਿਸ਼ੇਸ਼ ਭਾਈਚਾਰੇ ਬਾਰੇ ਨਹੀਂ ਹੈ। ਜੇਕਰ SC, ST, OBC ਅਤੇ ਹੋਰ ਘੱਟ ਗਿਣਤੀ ਸਮੂਹ ਇਕੱਠੇ ਹੋ ਸਕਦੇ ਹਨ ਤਾਂ ਉਹ ਅਸਲ ਵਿੱਚ ਆਪਣੇ ਅਤੇ ਇੱਕ ਦੂਜੇ ਨੂੰ ਲਾਭ ਪਹੁੰਚਾ ਸਕਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ 2007 ਤੋਂ 2012 ਦੀ ਸਰਕਾਰ ਨੂੰ ਦੇਖਣ ਤੋਂ ਬਾਅਦ ਭਾਈਚਾਰੇ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ। ਮੇਰਾ ਮਤਲਬ ਹੈ ਕਿ ਅਸੀਂ ਇਸ ਸਮੇਂ ਜਿਸ ਪਾਰਟ ਵਿੱਚ ਹਾਂ, ਉਹ ਇਸ ਗੱਲ ਦਾ ਗਵਾਹ ਹੈ ਕਿ ਜੇਕਰ ਭਾਈਚਾਰੇ ਇਕੱਠੇ ਹੋ ਸਕਦੇ ਹਨ, ਉਹ ਆਵਾਜ਼ ਦੇ ਸਕਦੇ ਹਨ, ਉਹ ਆਪਣੇ ਨੇਤਾਵਾਂ ਅਤੇ ਆਪਣੇ ਗੁਰੂਆਂ ਲਈ ਪ੍ਰਤੀਨਿਧਤਾ ਪੈਦਾ ਕਰ ਸਕਦੇ ਹਨ। ਪਰ ਤੁਹਾਡੀ ਵੋਟ ਪ੍ਰਤੀਸ਼ਤਤਾ ਹੌਲੀ ਹੌਲੀ ਘਟੀ ਹੈ, ਠੀਕ ਹੈ। ਵੋਟਰ ਘਟੇ ਹਨ, ਵੋਟਾਂ ਘਟੀਆਂ ਹਨ ਅਤੇ ਹੁਣ ਪ੍ਰਤੀਸ਼ਤਤਾ ਸਿਰਫ 13% ਦੇ ਆਸ-ਪਾਸ ਹੈ, ਜਦੋਂ ਕਿ ਪਹਿਲਾਂ ਇਹ 22 ਤੋਂ 23% ਸੀ ਸਮਾਜਵਾਦੀ ਪਾਰਟੀ ਨਾਲ ਤੁਹਾਡੇ ਗੱਠਜੋੜ ਦੇ ਸਮੇਂ ਦੌਰਾਨ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਵਾਰ ਤੁਹਾਡੇ ਨਾਲ ਕੋਈ ਹੋਰ ਪਾਰਟੀ ਨਹੀਂ ਹੈ? ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਦੁਬਾਰਾ ਉਸੇ ਅਹੁਦੇ ਤੇ ਵਾਪਸ ਆ ਸਕਦੇ ਹੋ। ਤੁਸੀਂ ਇਸ ਚੁਣੌਤੀ ਨੂੰ ਕਿਵੇਂ ਲਓਗੇ? ਦੇਖੋ, ਜਦੋਂ ਅਸੀਂ 2014 ਦੀ ਗੱਲ ਕਰਦੇ ਹਾਂ ਤਾਂ ਸਾਡਾ ਵੋਟ ਸ਼ੇਅਰ ਲਗਭਗ 19% ਸੀ ਅਤੇ 2022 ਵਿੱਚ ਸਾਡਾ ਵੋਟ ਸ਼ੇਅਰ ਲਗਭਗ 19% ਸੀ। 2024 ਵਿੱਚ ਅਸੀਂ ਇਕੱਲੇ ਲੜੇ ਸੀ, ਸਾਨੂੰ ਇੱਕ ਵੀ ਸੀਟ ਨਹੀਂ ਮਿਲੀ ਅਤੇ ਜਦੋਂ ਅਸੀਂ 29 ਵਿੱਚ ਲੜੇ, ਸਾਡੇ ਕੋਲ ਇੱਕ ਗੱਠਜੋੜ ਸਾਥੀ ਸੀ। ਸੋ ਉਦੋਂ ਵੀ ਸਾਡਾ ਵੋਟ ਹਿੱਸਾ ਸੀ, ਪਰ ਸਾਡੇ ਕੋਲ 10 ਸੀਟਾਂ ਸਨ। ਜੇਕਰ ਅਸੀਂ ਗੱਠਜੋੜ ਦੇ ਸਾਥੀ ਨਾਲ ਰਹਿੰਦੇ ਹਾਂ ਤਾਂ ਸਾਨੂੰ ਆਪਣੀਆਂ ਸੀਟਾਂ ਮਿਲ ਜਾਂਦੀਆਂ ਹਨ। ਜਦੋਂ ਸਾਡੇ ਕੋਲ ਇੱਕ ਨਹੀਂ ਹੈ, ਉਹ ਖੁਦ ਸਾਡੀਆਂ ਵੋਟਾਂ ਕੱਟਣ ਅਤੇ ਸਾਡੇ ਉਮੀਦਵਾਰ ਨੂੰ ਹਰਾਉਣ ਦਾ ਕੰਮ ਕਰਦੇ ਹਨ। ਇਸ ਲਈ ਲੋਕ ਪੁੱਛਦੇ ਰਹਿੰਦੇ ਹਨ ਕਿ ਤੁਸੀਂ ਇਕੱਲੇ ਲੜੋਗੇ ਜਾਂ ਕਿਸੇ ਨਾਲ ਲੜੋਗੇ, ਅਤੇ ਜੇਕਰ ਤੁਸੀਂ ਇਕੱਲੇ ਲੜ ਰਹੇ ਹੋ ਤਾਂ ਤੁਸੀਂ ਕਿਸੇ ਹੋਰ ਦੀ ਵੋਟ ਕੱਟ ਰਹੇ ਹੋ। ਮੈਨੂੰ ਲੱਗਦਾ ਹੈ ਕਿ ਇਹ ਅਸਲ ਵਿੱਚ ਉਲਟਾ ਹੈ।
ਇਹ ਦੂਜੇ ਤਰੀਕੇ ਨਾਲ ਕੰਮ ਕਰਦਾ ਹੈ। ਜਦੋਂ ਅਸੀਂ ਇਕੱਲੇ ਲੜਦੇ ਹਾਂ ਤਾਂ ਦੂਜੀ ਪਾਰਟੀ ਸਾਡੀ ਵੋਟ ਕੱਟਦੀ ਹੈ ਅਤੇ ਸਾਡੇ ਉਮੀਦਵਾਰ ਨੂੰ ਹਰਾਉਂਦੀ ਹੈ। ਅਤੇ ਅਸੀਂ 2022 ਦੀਆਂ ਚੋਣਾਂ ਵਿੱਚ ਉਹੀ ਕੁਝ ਦੇਖ ਰਹੇ ਹਾਂ ਜੋ ਅਸੈਂਬਲੀ ਦਾ ਸੀ। ਸਾਨੂੰ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਨੈਰੇਟਿਵ ਜ਼ਮੀਨ ਤੇ ਬਹੁਤ ਬੁਰੀ ਤਰ੍ਹਾਂ ਬਣਾਇਆ ਗਿਆ ਸੀ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਸਹੀ ਢੰਗ ਨਾਲ ਸਪਸ਼ਟ ਨਹੀਂ ਕਰ ਸਕੇ। ਅਸੀਂ ਜ਼ਮੀਨ ਤੇ ਤੁਰੰਤ ਕਾਰਵਾਈ ਨਹੀਂ ਕਰ ਸਕੇ, ਪਰ ਇਸ ਵਾਰ ਸਾਨੂੰ ਪੂਰਾ ਭਰੋਸਾ ਹੈ ਕਿ ਸਾਡੇ ਵੋਟ ਸ਼ੇਅਰ ਅਤੇ ਸਾਡੀਆਂ ਸੀਟਾਂ ਦੀ ਗਿਣਤੀ ਵਿੱਚ ਬਹੁਤ ਸੁਧਾਰ ਹੋਵੇਗਾ। ਇਸ ਲਈ ਤੁਸੀਂ ਕਈ ਵਾਰ ਕਿਹਾ ਹੈ ਅਤੇ ਮਾਇਆਵਤੀ ਜੀ ਨੇ ਵੀ ਕਿਹਾ ਹੈ ਕਿ ਇਹ ਸਾਰੇ ਐਡ ਅਤੇ ਸੀਬੀਆਈ ਤੁਹਾਡੇ ਖਿਲਾਫ ਕੇਸ ਝੂਠੇ ਹਨ। ਪਰ ਕੀ ਇਸ ਨੇ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ? ਪਰੇਸ਼ਾਨੀ, ਮੁਸੀਬਤ, ਕੀ ਇਹ ਤੁਹਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ? ਕੀ ਇਹ ਤੁਹਾਡੇ ਲਈ ਚਿੰਤਾ ਦੀ ਗੱਲ ਹੈ? ਦੇਖੋ, ਫਿਰ ਜੇ ਤੁਹਾਡੇ ਖਿਲਾਫ ਪੁਲਿਸ ਕੇਸ ਹੋ ਗਿਆ ਤਾਂ ਮੈਂ ਐਡ ਅਤੇ ਸੀਬੀਆਈ, ਪਰ ਮੰਨ ਲਓ ਕਿ ਇਹ ਤੁਹਾਡੇ ਵਿਰੁੱਧ ਤੁਹਾਡੇ ਸਥਾਨਕ ਪੁਲਿਸ ਸਟੇਸ਼ਨ ਵਿੱਚ ਇੱਕ ਆਮ ਕੇਸ ਹੈ। ਇਹ ਹਮੇਸ਼ਾ ਤੁਹਾਡੇ ਦਿਮਾਗ ਦੇ ਪਿਛਲੇ ਪਾਸੇ ਹੁੰਦਾ ਹੈ ਕਿ ਭਾਵੇਂ ਤੁਸੀਂ ਗਲਤ ਨਹੀਂ ਹੋ, ਤੁਸੀਂ ਨਹੀਂ ਜਾਣਦੇ ਕਿ ਨਤੀਜਾ ਕੀ ਹੋ ਸਕਦਾ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਤੁਹਾਡੇ ਦਿਮਾਗ ਦੇ ਪਿਛਲੇ ਪਾਸੇ ਥੋੜੀ ਜਿਹੀ ਬੇਆਰਾਮੀ ਜਾਂ ਥੋੜੀ ਜਿਹੀ ਚਿੰਤਾ ਮਹਿਸੂਸ ਕਰਨਾ ਬਹੁਤ ਮਨੁੱਖੀ ਚੀਜ਼ ਹੈ। ਪਰ ਇਹ ਸਾਨੂੰ ਆਪਣੇ ਕੰਮ ਕਰਨ ਤੋਂ ਨਹੀਂ ਰੋਕਦਾ ਜਿਵੇਂ ਕਿ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ। ਕਿਉਂਕਿ ਜੇ ਇਹ ਤੁਹਾਨੂੰ ਰੋਕਦਾ ਹੈ ਤਾਂ ਉਹ ਜਿੱਤ ਗਏ ਹਨ। ਹਾਂ, ਇਸ ਲਈ ਅਜਿਹਾ ਨਹੀਂ ਹੋਇਆ ਹੈ। ਮੈਨੂੰ ਨਹੀਂ ਲੱਗਦਾ। ਜੇਕਰ ਤੁਸੀਂ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਬਹਿਨ ਜੀ ਦੇ ਹਾਲ ਹੀ ਦੇ ਭਾਸ਼ਣ ਸੁਣੇ ਹਨ ਤਾਂ ਉਹ ਮੌਜੂਦਾ ਸਰਕਾਰ ਅਤੇ ਪ੍ਰਦਰਸ਼ਨ ਚਲਾ ਰਹੇ ਦੋ ਨੇਤਾਵਾਂ ਵਿੱਚ ਕੀ ਗਲਤ ਹੈ ਇਹ ਦਰਸਾਉਂਦੇ ਹੋਏ ਬਿਲਕੁਲ ਬਾਹਰ ਹੋ ਗਏ ਹਨ। ਮਾਇਆਵਤੀ ਜੀ ਨਾਲ ਆਪਣੇ ਸਬੰਧਾਂ ਬਾਰੇ ਕੁਝ ਦੱਸੋ। ਕੀ ਤੁਸੀਂ ਉਹਨਾਂ ਨੂੰ ਅਕਸਰ ਮਿਲਦੇ ਹੋ? ਕੀ ਤੁਸੀਂ ਉਹਨਾਂ ਤੋਂ ਸਿੱਖਦੇ ਹੋ? ਅਸੀਂ ਸਿੱਖ ਰਹੇ ਹਾਂ। ਪਹਿਲਾਂ ਤੁਹਾਨੂੰ ਕਿਵੇਂ ਚੁਣਿਆ ਗਿਆ ਸੀ? ਇਸ ਲਈ ਅਸਲ ਵਿੱਚ ਇਹ ਅਜਿਹੀ ਕੋਈ ਚੀਜ਼ ਨਹੀਂ ਸੀ ਜੋ ਯੋਜਨਾਬੱਧ ਕੀਤੀ ਗਈ ਸੀ ਜਾਂ ਅਜਿਹੀ ਕੋਈ ਚੀਜ਼ ਜੋ ਪਰਿਵਾਰ ਲਈ ਆਦਰਸ਼ ਰੂਪ ਵਿੱਚ ਸੀ। ਮੈਡਮ ਜਨਤਕ ਤੌਰ ਤੇ ਬਹੁਤ ਸਪਸ਼ਟ ਸੀ ਅਤੇ ਅਸੀਂ ਪਰਿਵਾਰ ਵਿੱਚ ਵੀ ਬਹੁਤ ਸਪਸ਼ਟ ਸੀ ਕਿ ਕੋਈ ਵੀ ਸਿਆਸੀ ਖੇਤਰ ਵਿੱਚ ਹਿੱਸਾ ਨਹੀਂ ਲੈਣ ਵਾਲਾ ਹੈ ਅਤੇ ਉਸ ਨੂੰ ਅਤੀਤ ਵਿੱਚ ਇੱਕ ਦੋ ਨੇਤਾਵਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਪਾਰਟੀ ਨੂੰ ਅੱਗੇ ਲੈ ਜਾ ਸਕਣ। ਪਰਿਵਾਰ ਦੇ ਬਾਹਰ? ਪਰਿਵਾਰ ਵਿੱਚੋਂ ਉਹ ਸਾਰੇ, ਪਰ ਕੁਝ ਨਾ ਕੁਝ ਹੁੰਦਾ ਰਿਹਾ ਅਤੇ ਉਹ ਮੌਕੇ ਤੇ ਨਾ ਉੱਠ ਸਕੇ। ਅਸੀਂ ਜੋ ਮਹਿਸੂਸ ਕੀਤਾ, ਮੈਡਮ ਨੂੰ ਕਿਸੇ ਪੜਾਅ ਤੇ ਅਹਿਸਾਸ ਹੋਇਆ, ਇੱਥੋਂ ਤੱਕ ਕਿ ਸੀਨੀਅਰ ਸਲਾਹਕਾਰ ਵੀ ਇਸ ਬਾਰੇ ਵਕਾਲਤ ਕਰਨ ਲੱਗ ਪਏ ਕਿ ਬਿਹਤਰ ਹੈ ਕਿ ਤੁਸੀਂ ਪਰਿਵਾਰ ਵਿੱਚੋਂ ਕਿਸੇ ਨੂੰ ਲਿਆਓ, ਘੱਟੋ ਘੱਟ ਇਹ ਯਕੀਨੀ ਬਣਾਉਣ ਲਈ ਕਿ ਪਾਰਟੀ ਗਲਤ ਹੱਥਾਂ ਵਿੱਚ ਨਾ ਜਾਵੇ। ਅਤੇ ਇਸ ਤਰ੍ਹਾਂ ਪਰਿਵਾਰ ਦੀ ਸਾਰੀ ਚਰਚਾ ਛਿੜ ਗਈ। ਹੁਣ ਪਰਿਵਾਰ ਵਿੱਚੋਂ ਇੱਕ ਵਿਅਕਤੀ ਨੂੰ ਚੁਣਨਾ ਸਾਰੇ ਬਜ਼ੁਰਗਾਂ ਦਾ ਫੈਸਲਾ ਹੈ। ਇਹ ਉਹ ਚੀਜ਼ ਨਹੀਂ ਹੈ ਜੋ ਅਸੀਂ ਲੈ ਲਿਆ ਹੈ। ਇਹ ਬਹਿਨ ਜੀ ਅਤੇ ਪਿਤਾ ਅਤੇ ਮਾਤਾ ਦੇ ਵਿਚਕਾਰ ਇੱਕ ਸੰਯੁਕਤ ਕਾਲ ਸੀ ਕਿ ਅਸੀਂ ਉਹਨਾਂ ਦੇ ਨਾਲ ਅੱਗੇ ਵਧਣਾ ਚਾਹੁੰਦੇ ਹਾਂ। ਕੀ ਇਹ ਸ਼ੁਰੂ ਵਿੱਚ ਇੱਕ ਰਾਤ ਦੇ ਖਾਣੇ ਦੀ ਮੇਜ਼ ਤੇ ਇਕੱਠੇ ਬੈਠਣ ਵਰਗਾ ਸੀ? ਹਾਂ, ਇਸ ਲਈ ਇਹ ਸਿਰਫ ਇੱਕ ਪਰਿਵਾਰਕ ਡਿਨਰ ਸੀ। ਮੈਡਮ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਸਮਾਂ ਕੱਢਦੀ ਹੈ। ਇਸ ਲਈ ਅਸੀਂ ਉਸ ਰਾਤ ਸਿਰਫ ਪਰਿਵਾਰਕ ਡਿਨਰ ਕਰ ਰਹੇ ਸੀ ਅਤੇ ਇਹ ਸਾਡੇ ਸਾਰਿਆਂ ਲਈ ਥੋੜਾ ਜਿਹਾ ਨੀਲਾ ਸੀ ਕਿ ਉਸਨੇ ਕਿਹਾ, ਠੀਕ ਹੈ, ਤੁਸੀਂ ਜਾਣਦੇ ਹੋ ਕਿ ਪਾਰਟੀ ਕਿਵੇਂ ਅੱਗੇ ਵਧ ਰਹੀ ਹੈ ਅਤੇ ਇਹ ਕੁਝ ਅਜਿਹਾ ਹੈ ਜੋ ਸਾਰੇ ਸੀਨੀਅਰ ਨੇਤਾਵਾਂ ਤੋਂ ਆਇਆ ਹੈ ਕਿ ਸਾਨੂੰ ਪਰਿਵਾਰ ਵਿੱਚੋਂ ਕਿਸੇ ਨੂੰ ਲਗਾਉਣ ਦੀ ਜ਼ਰੂਰਤ ਹੈ ਜੋ ਪਾਰਟੀ ਨੂੰ ਅੰਦੋਲਨ ਵਿੱਚ ਬਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਇੱਕ ਰਾਤ ਦੇ ਖਾਣੇ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ? ਇਹ ਰਾਤ ਦਾ ਖਾਣਾ ਨਹੀਂ ਹੈ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਇਹ ਕਹਾਂਗਾ ਕਿ ਅਸੀਂ ਬਚਪਨ ਤੋਂ ਹੀ ਇਸ ਸਿਆਸੀ ਸੰਘਰਸ਼ ਨੂੰ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ। ਬੀਐਸਪੀ ਦਾ ਮਾਟੋ ਪਹਿਲਾਂ ਇਹ ਸੋਸ਼ਲ ਇੰਜੀਨੀਅਰਿੰਗ ਬਾਰੇ ਸੀ ਅਤੇ ਇੱਕ ਮਾਟੋ ਸੀ ਜਿਸ ਬਾਰੇ ਤੁਸੀਂ ਕਿਹਾ ਸੀ ਕਿ ਇਹ ਇੱਕ ਅਫਵਾਹ ਸੀ ਅਤੇ ਇੱਕ ਸੋਸ਼ਲ ਇੰਜੀਨੀਅਰਿੰਗ ਸੀ ਜਿਸ ਦਾ ਨਾਂ ਹਾਥੀ ਨਹੀਂ ਗਣੇਸ਼ ਹੈ ਸੀ। ਪਰ ਇਸ ਵਾਰ ਚੋਣਾਂ ਦੌਰਾਨ ਅਸੀਂ ਦੇਖਣ ਦੇ ਯੋਗ ਹਾਂ। ਬੀਐਸਪੀ ਦਾ ਪਹਿਚਾਨ ਨੀਲਾ ਝੰਡਾ ਹਾਥੀ ਨਿਸ਼ਾਨ। ਤਾਂ ਇਸ ਨਵੇਂ ਮਾਟੋ ਦਾ ਕਾਰਨ ਕੀ ਹੈ? ਕੀ ਇਹ ਕਿਸੇ ਸੰਕਟ ਕਾਰਨ ਹੈ ਜਾਂ ਇਹ ਇਸ ਲਈ ਹੈ ਕਿਉਂਕਿ ਵੋਟਰ ਇਸ ਬਾਰੇ ਭੁੱਲ ਗਏ ਹਨ ਕਿਉਂਕਿ ਲੰਬੇ ਸਮੇਂ ਤੋਂ ਤੁਹਾਡਾ ਗੱਠਜੋੜ ਨਹੀਂ ਹੋਇਆ ਹੈ? ਇਸ ਦੇ ਪਿੱਛੇ ਕੀ ਕਾਰਨ ਹੈ? ਦੇਖੋ, ਸਾਰੇ ਮਾਟੋ ਇੱਕੋ ਤਰੀਕੇ ਨਾਲ ਬਣਾਏ ਗਏ ਹਨ। ਅਜਿਹਾ ਨਹੀਂ ਹੈ ਕਿ ਇੱਕ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਜਾਂ ਦੂਜੇ ਨੂੰ ਘੱਟ ਵਰਤਿਆ ਜਾਂਦਾ ਹੈ। ਜਦੋਂ ਤੁਸੀਂ ਸਟੇਜ ਤੇ ਹੁੰਦੇ ਹੋ ਅਤੇ ਦਰਸ਼ਕ ਤੁਹਾਨੂੰ ਦੇਖ ਰਹੇ ਹੁੰਦੇ ਹਨ, ਜੋ ਵੀ ਦਿਲ ਵਿੱਚੋਂ ਨਿਕਲਦਾ ਹੈ ਉਹ ਤੁਹਾਡਾ ਨਾਰਾ ਬਣ ਜਾਂਦਾ ਹੈ। ਇਸ ਲਈ ਜਿਸ ਨਾਰੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਨੀਲਾ ਝੰਡਾ ਹਾਥੀ ਨਿਸ਼ਾਨ, ਮੈਨੂੰ ਲੱਗਦਾ ਹੈ ਕਿ ਇਹ ਸਿਰਫ ਭਾਵਨਾਤਮਕ ਹੈ ਜੋ ਲੋਕਾਂ ਦੇ ਦਿਲਾਂ ਵਿੱਚੋਂ ਨਿਕਲਦਾ ਹੈ
ਅਸੀਂ ਆਪਣੇ ਨਾਰਿਆਂ ਨਾਲ ਕੁਝ ਵੀ ਪ੍ਰਚਾਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ ਅਤੇ ਘੱਟੋ ਘੱਟ ਇਸ ਕਾਰਜਕਾਲ ਵਿੱਚ ਸਾਡੇ ਕੋਲ ਅਜਿਹਾ ਕੋਈ ਏਜੰਡਾ ਨਹੀਂ ਹੈ। ਤੁਸੀਂ ਆਪਣੇ ਭਾਸ਼ਣਾਂ ਵਿੱਚ ਜਿਸ ਚੀਜ਼ ਬਾਰੇ ਕਾਫੀ ਬੋਲਦੇ ਰਹੇ ਹੋ ਉਹਨਾਂ ਵਿੱਚੋਂ ਇੱਕ ਹੈ ਯੋਗੀ ਦਾ ਬੁਲਡੋਜ਼ਰ ਰਾਜ। ਬੁਲਡੋਜ਼ਰ ਰਾਜ ਬਾਰੇ ਤੁਸੀਂ ਕੀ ਸੋਚਦੇ ਹੋ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ? ਬੁਲਡੋਜ਼ਰ ਰਾਜ ਸਹੀ ਅਰਥਾਂ ਵਿੱਚ ਹੈ ਅਤੇ ਉਹ ਹੈ ਜੋ ਬਹਿਨ ਜੀ ਆਪਣੇ ਕਾਰਜਕਾਲ ਵਿੱਚ ਕਰ ਸਕੇ ਸਨ ਜਦੋਂ ਉਹ ਪਹਿਲੀ ਵਾਰ ਸੱਤਾ ਵਿੱਚ ਆਈ ਸੀ। ਇਸ ਲਈ ਜੇ ਤੁਹਾਨੂੰ ਯਾਦ ਹੈ, ਮੈਡਮ ਨੇ ਅਤੀਕ ਅਹਿਮਦ ਦੀ ਗੈਰ ਕਾਨੂੰਨੀ ਇਮਾਰਤ ਨੂੰ ਬੁਲਡੋਜ਼ ਕਰਨ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ, ਇਮਾਰਤਾਂ ਦਾ ਨਿਰਮਾਣ ਕੀਤਾ ਜਿਸ ਤੋਂ ਉਹ ਆਪਣਾ ਕਾਰੋਬਾਰ ਚਲਾ ਰਿਹਾ ਸੀ ਅਤੇ ਇਹੀ ਬੁਲਡੋਜ਼ਰ ਰਾਜ ਦਾ ਸਹੀ ਅਰਥ ਹੋਣਾ ਚਾਹੀਦਾ ਸੀ। ਯੋਗੀ ਜੀ ਦੇ ਕਾਰਜਕਾਲ ਵਿੱਚ ਬੁਲਡੋਜ਼ਰ ਨੇ ਉਹ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ। ਇਹ ਦਹਾਕਿਆਂ ਤੋਂ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਸਫਲਤਾਪੂਰਵਕ ਗਿਰਾਉਣ ਵਿੱਚ ਕਾਮਯਾਬ ਰਿਹਾ ਹੈ। ਕਿਸੇ ਦਾ ਘਰ ਗਿਰਾਉਣਾ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਮਾਣ ਨਾਲ ਮਨਾਇਆ ਜਾਵੇ ਜਾਂ ਇਸ ਬਾਰੇ ਗੱਲ ਕੀਤੀ ਜਾਵੇ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਗਲਤ ਹੈ। ਤਾਂ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਡਬਲ ਇੰਜਨ ਰਾਜ ਦੀ ਬਜਾਏ ਇੱਕ ਡਬਲ ਬੁਲਡੋਜ਼ਰ ਰਾਜ ਹੈ? ਮੈਂ ਸੋਚਦਾ ਹਾਂ ਤੁਸੀਂ ਜੋ ਕਿਹਾ ਹੈ ਉਹ ਸਹੀ ਹੈ। ਇਹ ਦੋ ਤਰੀਕੇ ਹੈ, ਇੱਕ ਵੱਡੇ ਪੱਧਰ ਤੇ ਦੇਸ਼ ਨੂੰ ਤਬਾਹ ਕਰ ਰਿਹਾ ਹੈ, ਦੂਜਾ ਸੂਬੇ ਨੂੰ ਵੱਡੇ ਪੱਧਰ ਤੇ ਤਬਾਹ ਕਰ ਰਿਹਾ ਹੈ। ਆਕਾਸ਼ ਆਨੰਦ, ਰਾਜਨੀਤੀ ਵਿੱਚ ਆਉਣ ਤੋਂ ਬਾਅਦ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਤੁਸੀਂ ਰਾਜਨੀਤੀ ਵਿੱਚ ਨਹੀਂ ਸੀ, ਹੁਣ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਰਾਜਨੀਤੀ ਵਿੱਚ ਆਉਣ ਤੋਂ ਬਾਅਦ ਇੱਕ ਮੌਕਾ ਹੈ ਕਿ ਤੁਹਾਨੂੰ ਇੰਨਾ ਵੱਡਾ ਪਲੇਟਫਾਰਮ ਮਿਲਿਆ ਹੈ। ਮੈਂ ਵੀ ਐਸਪੀ ਵਿਖੇ ਆਪਣੇ ਸਾਰੇ ਦੋਸਤਾਂ ਦਾ ਧੰਨਵਾਦ ਕਰਨ ਦਾ ਇਹ ਮੌਕਾ ਲੈਣਾ ਚਾਹਾਂਗਾ ਕਿ ਤੁਸੀਂ ਮੇਰੇ ਤੇ ਇੰਨਾ ਭਰੋਸਾ ਦਿਖਾਇਆ ਹੈ ਕਿ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਲਈ ਇਹ ਜ਼ਿੰਮੇਵਾਰੀ ਦੀ ਭਾਵਨਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਿ ਅਸੀਂ ਅਜਿਹਾ ਮੌਕਾ ਪ੍ਰਾਪਤ ਕਰਨ ਦੇ ਯੋਗ ਹੋਏ ਹਾਂ ਜਿੱਥੇ ਅਸੀਂ ਸਾਰੇ ਸੰਪਰਦਾਵਾਂ ਅਤੇ ਭਾਈਚਾਰਿਆਂ ਦੇ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ। ਇਸ ਲਈ ਇਹ ਕੁਝ ਵੀ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਲੋਕਾਂ ਦਾ ਪਿਆਰ ਹੈ ਕਿ ਮੈਂ ਦਬਾਅ ਨਾਲ ਇੰਨਾ ਬੋਝ ਨਹੀਂ ਮਹਿਸੂਸ ਕਰਦਾ। 5-10 ਸਾਲ ਅੱਗੇ ਦੇਖਦੇ ਹੋਏ, ਕਿਉਂਕਿ ਤੁਸੀਂ ਇੱਕ ਨੌਜਵਾਨ ਹੋ, ਕੀ ਤੁਸੀਂ ਪੂਰੀ ਤਰ੍ਹਾਂ ਦਲਿਤ ਪਾਰਟੀ ਬਣੇ ਰਹੋਗੇ ਜਾਂ ਤੁਸੀਂ ਆਪਣਾ ਆਧਾਰ ਵਧਾਉਣਾ ਚਾਹੁੰਦੇ ਹੋ? ਅਸੀਂ ਦਲਿਤ ਸੈਟ ਪਾਰਟੀ ਨਹੀਂ ਹਾਂ। ਅਸੀਂ ਘੱਟ ਗਿਣਤੀ ਸਮੂਹਾਂ ਦੇ ਸਾਰੇ ਸਮੂਹਾਂ ਦੀ ਨੁਮਾਇੰਦਗੀ ਕਰ ਰਹੇ ਹਾਂ, ਭਾਵੇਂ ਇਹ ਸਿਵਲ ਕਬੀਲੇ ਹਨ। ਅਸੀਂ ਓਬੀਸੀ ਭਾਈਚਾਰੇ ਦੇ ਨਾਲ ਸਾਡੇ ਕੋਲ ਸਾਰੇ ਸੈਟਾਂ ਵਿੱਚ ਮਹਾਨ ਆਗੂ ਹਨ। ਇਸ ਲਈ ਤੁਸੀਂ ਇੱਕ ਵਿਸ਼ਾਲ ਆਧਾਰ ਰੱਖਣਾ ਚਾਹੁੰਦੇ ਹੋ। ਕੀ ਤੁਸੀਂ ਹਾਂ ਸਿਰਫ ਦਲਿਤ ਹੀ ਨਹੀਂ, ਸਿਰਫ ਦਲਿਤ ਹੀ ਨਹੀਂ, ਪਰ ਕੀ ਉਹ ਇੱਕ ਪ੍ਰਾਇਮਰੀ ਬੁਨਿਆਦ ਹਨ? ਦੇਖੋ, ਹਰ ਸਿਆਸੀ ਪਾਰਟੀ ਦਾ ਮੁੱਖ ਵੋਟ ਆਧਾਰ ਹੁੰਦਾ ਹੈ, ਮੇਰਾ ਮੰਨਣਾ ਹੈ। ਅਤੇ ਮੈਂ ਸੋਚਦਾ ਹਾਂ ਕਿਉਂਕਿ ਅਸੀਂ ਉਸ ਵਿਸ਼ੇਸ਼ ਜਾਤੀ ਤੋਂ ਆਏ ਹਾਂ, ਉਸ ਜਾਤ ਦੇ ਲੋਕ ਆਪਣੇ ਹੀ ਵਿੱਚੋਂ ਕਿਸੇ ਨੂੰ ਰਾਸ਼ਟਰੀ ਪਾਰਟੀ ਦੀ ਅਗਵਾਈ ਕਰਨ ਵੱਲ ਬਹੁਤ ਝੁਕਾਅ ਰੱਖਦੇ ਹਨ। ਮੈਨੂੰ ਲੱਗਦਾ ਹੈ ਕਿ ਇਹ ਕੀ ਹੈ। ਜਦੋਂ ਅਸੀਂ ਤੁਹਾਨੂੰ ਸਟੇਜ ਤੇ ਭਾਸ਼ਣ ਦਿੰਦੇ ਦੇਖਦੇ ਹਾਂ ਤਾਂ ਤੁਸੀਂ ਬਹੁਤ ਜ਼ੋਰਦਾਰ ਢੰਗ ਨਾਲ ਬੋਲਦੇ ਹੋ ਅਤੇ ਬਹੁਤ ਹਮਲਾਵਰ ਦਿਖਾਈ ਦਿੰਦੇ ਹੋ। ਕੀ ਤੁਸੀਂ ਸੋਚਦੇ ਹੋ ਕਿ ਜੇ ਤੁਸੀਂ ਹਮਲਾਵਰ ਨਹੀਂ ਹੋ ਤਾਂ ਲੋਕ ਇਹ ਨਹੀਂ ਸਮਝ ਸਕਣਗੇ ਕਿ ਤੁਸੀਂ ਕੀ ਕਹਿ ਰਹੇ ਹੋ? ਵੋਟਰਾਂ ਦੇ ਸਾਹਮਣੇ ਬਹੁਤ ਸਾਰੀਆਂ ਰੁਕਾਵਟਾਂ ਹਨ। ਕੀ ਤੁਹਾਨੂੰ ਉਹਨਾਂ ਤੱਕ ਸੁਨੇਹਾ ਪਹੁੰਚਾਉਣ ਲਈ ਬਹੁਤ ਤਾਕਤ ਦੀ ਲੋੜ ਹੈ? ਮੈਨੂੰ ਉਹਨਾਂ ਤੱਕ ਸੰਦੇਸ਼ ਪਹੁੰਚਾਉਣ ਲਈ ਜ਼ੋਰ ਦੀ ਲੋੜ ਨਹੀਂ ਹੈ। ਜੋ ਗੁੱਸਾ ਮੈਂ ਸਟੇਜ ਤੇ ਦੇਖਦਾ ਹਾਂ ਉਹ ਸਿਰਫ ਮੇਰਾ ਹੀ ਗੁੱਸਾ ਨਹੀਂ ਹੈ, ਇਹ ਸਾਡੇ ਸਾਰੇ ਲੋਕਾਂ ਦਾ ਗੁੱਸਾ ਹੈ। ਮੈਨੂੰ ਸਟੇਜ ਤੇ ਆਪਣਾ ਗੁੱਸਾ ਜ਼ਾਹਰ ਕਰਨ ਦਾ ਮੌਕਾ ਮਿਲਦਾ ਹੈ। ਇਹ ਉਹਨਾਂ ਲਈ ਨਹੀਂ ਹੈ ਕਿ ਮੈਂ ਰੌਲਾ ਪਾਵਾਂ ਜਾਂ ਤੇਜ਼ ਬੋਲਾਂ। ਇਹ ਉਹਨਾਂ ਵੱਡੇ ਨੇਤਾਵਾਂ ਲਈ ਹੈ ਜੋ ਆਪਣੇ ਬੰਦ ਕਮਰਿਆਂ ਵਿੱਚ ਬੈਠੇ ਹਨ। ਮੁੱਖ ਮੰਤਰੀ ਦਫ਼ਤਰ, ਪ੍ਰਧਾਨ ਮੰਤਰੀ ਦਫ਼ਤਰ, ਇਹ ਉਹਨਾਂ ਲਈ ਹੈ। ਤਾਂ ਹੁਣ ਤੋਂ 10 ਸਾਲ ਬਾਅਦ ਨੌਜਵਾਨ ਕਿੱਥੇ ਹੋਵੇਗਾ? ਮੈਨੂੰ ਲੱਗਦਾ ਹੈ ਕਿ ਇਹ 10 ਸਾਲਾਂ ਦਾ ਸਫ਼ਰ ਨਹੀਂ ਹੈ, ਇਹ 30, 33, 40 ਸਾਲਾਂ ਦਾ ਸਫ਼ਰ ਹੈ। ਤੁਹਾਨੂੰ ਇੱਕ ਡਿਪਲੋਮੈਟ ਬਣਨ ਦੀ ਲੋੜ ਹੈ। 35 ਸਾਲਾਂ ਦੀ ਯਾਤਰਾ, ਤਾਂ ਪ੍ਰਧਾਨ ਮੰਤਰੀ ਵਜੋਂ 35 ਸਾਲ ਨਹੀਂ, ਮੇਰੇ ਲਈ ਨਹੀਂ। ਮੈਨੂੰ ਲੱਗਦਾ ਹੈ ਕਿ ਇਹ ਇੱਕ ਅਜਿਹਾ ਕੰਮ ਹੈ ਜਿਸ ਨੂੰ ਪੂਰੇ ਭਾਈਚਾਰੇ ਨੇ ਆਪਣੇ ਮੋਢਿਆਂ ਤੇ ਚੁੱਕ ਕੇ ਬੇਹਨ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਜਲਦੀ ਹੀ, ਬਹੁਤ ਜਲਦੀ ਦੇਖਾਂਗੇ। ਇੱਕ ਜਾਂ ਦੋ ਵਾਕਾਂ ਵਿੱਚ ਵਰਣਨ ਕਰੋ ਕਿ ਉਹ ਕਿਹੋ ਜਿਹੀ ਵਿਅਕਤੀ ਹੈ। ਇੱਕ ਮਜ਼ਬੂਤ ਨੇਤਾ, ਇੱਕ ਮਜ਼ਬੂਤ ਪ੍ਰਸ਼ਾਸਕ, ਨਿਰਪੱਖ, ਬਹੁਤ ਹੀ ਨਿਰਪੱਖ। ਨਿੱਜੀ ਮੋਰਚੇ ਤੇ ਨਿੱਜੀ ਫਰੰਟ, ਮੈਨੂੰ ਇੱਕ ਮਾਂ ਲੱਗਦਾ ਹੈ, ਕੋਈ ਵਿਅਕਤੀ ਜੋ ਆਪਣੇ ਲਈ ਬਹੁਤ ਪਿਆਰ ਕਰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਸ ਨੂੰ ਆਪਣੇ ਪਰਿਵਾਰ ਨੂੰ ਆਪਣਾ ਨਹੀਂ ਸਮਝਿਆ ਜਾਂਦਾ, ਇਕੱਲਾ। ਪਰ ਕੀ ਉਹ ਤੁਹਾਡੇ ਤੇ ਥੋੜੀ ਸਖਤ ਹੈ? ਤੁਹਾਨੂੰ ਕਿਸੇ ਨੂੰ ਤੁਹਾਡੇ ਤੇ ਸਖਤ ਹੋਣ ਦੀ ਜ਼ਰੂਰਤ ਹੈ, ਠੀਕ ਹੈ?
ਇੱਕ ਪੇਸ਼ੇਵਰ ਅਰਥ ਵਿੱਚ ਹਾਂ, ਉਹ ਬਹੁਤ ਸਖਤ ਹੈ। ਸਾਡੇ ਨਾਲ ਹਰ ਕਿਸੇ ਵਾਂਗ ਹੀ ਸਲੂਕ ਕੀਤਾ ਜਾਂਦਾ ਹੈ। ਮੇਰੇ ਤੋਂ ਅੱਗੇ ਹਮੇਸ਼ਾ ਸੀਨੀਅਰ ਨੇਤਾ ਹੁੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹ ਉਹੀ ਹੈ ਜੋ ਪੇਸ਼ੇਵਰਾਨਾ ਹੈ। ਅਸੀਂ ਇੱਕ ਰਾਜਨੀਤਿਕ ਪਾਰਟੀ ਹਾਂ ਅਤੇ ਸੀਨੀਅਰਤਾ ਦਾ ਹਮੇਸ਼ਾ ਇੱਕੋ ਤਰੀਕੇ ਨਾਲ ਸਤਿਕਾਰ ਕੀਤਾ ਜਾਂਦਾ ਹੈ, ਭਾਵੇਂ ਤੁਸੀਂ ਇੱਕ ਪਰਿਵਾਰ ਤੋਂ ਆਏ ਹੋ ਜਾਂ ਨਹੀਂ। ਇਸ ਲਈ ਮੈਂ ਤੁਹਾਨੂੰ ਸਿਰਫ ਇਹ ਪੁੱਛਣਾ ਚਾਹੁੰਦਾ ਸੀ ਕਿ ਜੇਕਰ ਚੋਣਾਂ ਤੋਂ ਬਾਅਦ ਕਿਸੇ ਨੂੰ ਵੀ ਪੂਰਾ ਬਹੁਮਤ ਨਹੀਂ ਮਿਲਦਾ ਅਤੇ ਉਹਨਾਂ ਨੂੰ ਬੀਐਸਪੀ ਸਮਰਥਨ ਦੀ ਜ਼ਰੂਰਤ ਹੈ, ਕੀ ਤੁਸੀਂ ਬੀਜੇਪੀ ਵਿੱਚ ਸ਼ਾਮਲ ਹੋਵੋਗੇ, ਉਹਨਾਂ ਦੇ ਨਾਲ ਸਰਕਾਰ ਦੇ ਸਹਿਯੋਗੀ ਵਿੱਚ? ਬਹਿਨ ਜੀ ਨੇ ਚੋਣਾਂ ਦੀ ਸ਼ੁਰੂਆਤ ਤੋਂ ਹੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਨਤੀਜੇ ਆਉਣ ਤੋਂ ਬਾਅਦ ਚੋਣ ਗੱਠਜੋੜ ਚਰਚਾ ਦਾ ਵਿਸ਼ਾ ਬਣੇਗਾ। ਜੇਕਰ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਦੇ ਮਾਮਲੇ ਵਿੱਚ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਅਸੀਂ ਸਰਕਾਰ ਦਾ ਹਿੱਸਾ ਹੋ ਸਕਦੇ ਹਾਂ ਅਤੇ ਸਾਡੇ ਕੋਲ ਅਜਿਹੀ ਸਥਿਤੀ ਵਿੱਚ ਇੱਕ ਪੇਸ਼ਕਸ਼ ਹੈ ਜਿੱਥੇ ਅਸੀਂ ਆਪਣੇ ਲੋਕਾਂ ਦੀ ਮਦਦ ਕਰ ਸਕਦੇ ਹਾਂ, ਅਸੀਂ ਨਿਸ਼ਚਿਤ ਤੌਰ ਤੇ ਇਸ ਦਾ ਮੁਲਾਂਕਣ ਕਰਾਂਗੇ। ਇਸ ਲਈ ਤੁਸੀਂ ਬੀਜੇਪੀ ਦਾ ਹਿੱਸਾ ਹੋ ਸਕਦੇ ਹੋ, ਸਰਕਾਰ ਇੱਕ ਸਹਿਯੋਗੀ ਦੇ ਰੂਪ ਵਿੱਚ। ਅਸੀਂ ਕਿਸੇ ਦਾ ਵੀ ਹਿੱਸਾ ਹੋ ਸਕਦੇ ਹਾਂ। ਮੇਰਾ ਮਤਲਬ ਹੈ ਜੇਕਰ ਇੰਡੀ ਗੱਠਜੋੜ ਬਣ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਐਨਡੀ ਗੱਠਜੋੜ, ਤੁਸੀਂ ਉਹਨਾਂ ਦਾ ਹਿੱਸਾ ਹੋ ਸਕਦੇ ਹੋ। ਉਹਨਾਂ ਵਿੱਚੋਂ ਕੋਈ ਵੀ ਤੁਸੀਂ ਉਹਨਾਂ ਦੇ ਸਹਿਯੋਗੀ ਹੋ ਸਕਦੇ ਹੋ। ਆਕਾਸ਼ ਆਨੰਦ, ਤੁਸੀਂ ਅੱਜ ਜਵਾਨ ਹੋ। ਤੁਸੀਂ ਯੂਪੀ ਵਿੱਚ ਇੱਕ ਬਹੁਤ ਵੱਡੀ ਪਾਰਟੀ ਦੇ ਉੱਤਰਾਧਿਕਾਰੀ ਹੋ। ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੈ। ਅੱਜ ਦੀ ਰਾਜਨੀਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਜਵਾਨ ਹੋ, ਇੱਕ ਨੌਜਵਾਨ ਦੇ ਰੂਪ ਵਿੱਚ ਤੁਸੀਂ ਮੌਜੂਦਾ ਰਾਜਨੀਤੀ ਨੂੰ ਕਿਵੇਂ ਬਿਆਨ ਕਰੋਗੇ? ਇੱਕ ਬੀਜੇਪੀ ਦੇ ਉੱਤਰਾਧਿਕਾਰੀ ਹੋਣ ਤੋਂ ਇਲਾਵਾ ਜੇਕਰ ਤੁਸੀਂ ਹੀ ਨੌਜਵਾਨ ਹੋ ਜੋ ਸਾਰੇ ਨੌਜਵਾਨਾਂ ਦੀ ਨੁਮਾਇੰਦਗੀ ਕਰਦੇ ਹੋ, ਤਾਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਅੱਜ ਦੀ ਰਾਜਨੀਤੀ ਨੂੰ ਕਿਵੇਂ ਦੇਖਦਾ ਹੈ? ਇੱਕ ਨੌਜਵਾਨ ਦੇ ਰੂਪ ਵਿੱਚ ਤੁਸੀਂ ਮੌਜੂਦਾ ਰਾਜਨੀਤੀ ਨੂੰ ਕਿਵੇਂ ਬਿਆਨ ਕਰੋਗੇ? ਇੱਕ ਬੀਜੇਪੀ ਦੇ ਉੱਤਰਾਧਿਕਾਰੀ ਹੋਣ ਤੋਂ ਇਲਾਵਾ ਜੇਕਰ ਤੁਸੀਂ ਹੀ ਨੌਜਵਾਨ ਹੋ ਜੋ ਸਾਰੇ ਨੌਜਵਾਨਾਂ ਦੀ ਨੁਮਾਇੰਦਗੀ ਕਰਦੇ ਹੋ, ਤਾਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਅੱਜ ਦੀ ਰਾਜਨੀਤੀ ਨੂੰ ਕਿਵੇਂ ਦੇਖਦਾ ਹੈ? ਦੂਜਾ ਹੈ ਸਿੱਖਿਆ ਤੋਂ ਬਾਅਦ ਰੁਜ਼ਗਾਰ। ਸਾਡੇ ਕੋਲ ਇੰਨੀਆਂ ਨੌਕਰੀਆਂ ਨਹੀਂ ਹਨ ਕਿ ਜਿਹੜੇ ਲੋਕ ਪੜ੍ਹ ਕੇ ਇਸ ਮਾੜੇ ਸਿਸਟਮ ਤੋਂ ਬਾਹਰ ਆ ਰਹੇ ਹਨ, ਅਸੀਂ ਉਹਨਾਂ ਨੂੰ ਨੌਕਰੀਆਂ ਦੇਣ ਦੇ ਯੋਗ ਨਹੀਂ ਹਾਂ। ਅੱਜ ਤਕਰੀਬਨ 3 ਕਰੋੜ ਬੱਚੇ ਗ੍ਰੈਜੂਏਟ ਹਨ। ਉਸ ਤੋਂ ਬਾਅਦ ਵੀ ਦੇਸ਼ ਵਿੱਚ 50 ਤੋਂ 60 ਲੱਖ ਤੋਂ ਵੱਧ ਨੌਕਰੀਆਂ ਸਾਹਮਣੇ ਨਹੀਂ ਆ ਰਹੀਆਂ ਹਨ। ਇਸ ਲਈ ਸਭ ਤੋਂ ਪਹਿਲਾਂ ਬੁਨਿਆਦ ਨੂੰ ਕ੍ਰਮਬੱਧ ਕਰਨ ਲਈ ਤੁਹਾਨੂੰ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨਾ ਪਵੇਗਾ। ਉਸ ਤੋਂ ਬਾਅਦ ਤੁਹਾਨੂੰ ਰੁਜ਼ਗਾਰ ਦੇ ਬੁਨਿਆਦੀ ਢਾਂਚੇ ਨੂੰ ਠੀਕ ਕਰਨਾ ਹੋਵੇਗਾ। ਉਸ ਤੋਂ ਬਾਅਦ ਤੁਹਾਨੂੰ ਰੀਅਲ ਅਸਟੇਟ ਦੇ ਬੁਨਿਆਦੀ ਢਾਂਚੇ ਨੂੰ ਠੀਕ ਕਰਨਾ ਹੋਵੇਗਾ। ਟਰਾਂਸਪੋਰਟ ਸਿਸਟਮ ਠੀਕ ਹੈ ਜਾਂ ਨਹੀਂ? ਜੇਕਰ ਇੱਕ ਵਿਅਕਤੀ ਭਾਰਤ ਨੂੰ ਚਲਾਉਂਦਾ ਹੈ ਤਾਂ ਪੂਰੇ ਦੇਸ਼ ਦਾ ਰੇਲਵੇ ਸਿਸਟਮ ਠੀਕ ਨਹੀਂ ਹੋਵੇਗਾ। ਅੱਜ ਵੀ ਜੇਕਰ ਪਿੰਡਾਂ ਵਿੱਚ ਜਾਓ ਤਾਂ ਉਹੀ 50 ਤੋਂ 60 ਸਾਲ ਪੁਰਾਣੀਆਂ ਗੱਡੀਆਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਲੋਕ ਬੈਠਣਾ ਪਸੰਦ ਨਹੀਂ ਕਰਦੇ। ਤੁਸੀਂ ਸਰਕਾਰ ਬਾਰੇ ਕੀ ਕਹਿ ਰਹੇ ਹੋ? ਨੌਜਵਾਨਾਂ ਲਈ ਅਜਿਹੀਆਂ ਕਈ ਸਮੱਸਿਆਵਾਂ ਹਨ। ਨੌਜਵਾਨ ਨੂੰ ਨੌਕਰੀ ਲਈ ਨੋਇਡਾ, ਦਿੱਲੀ, ਬੰਬਈ, ਕੋਲਕਾਤਾ ਕਿਉਂ ਜਾਣਾ ਪੈਂਦਾ ਹੈ? ਅਸੀਂ ਆਪਣੇ ਸ਼ਹਿਰ ਵਿੱਚ ਇੰਨੀ ਵੱਡੀ ਆਰਥਿਕਤਾ ਕਿਉਂ ਨਹੀਂ ਬਣਾ ਸਕੇ? ਕੀ ਅਸੀਂ ਪ੍ਰਾਈਵੇਟ ਸੈਕਟਰ ਨੂੰ ਇੰਨਾ ਨਹੀਂ ਵਧਾ ਸਕਦੇ ਸੀ ਕਿ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਛੋਟੇ ਕਸਬਿਆਂ ਵਿੱਚ ਆਪਣੇ ਦਫ਼ਤਰ ਖੋਲ੍ਹਣ ਤਾਂ ਜੋ ਲੋਕ ਇੱਥੇ ਕੰਮ ਕਰ ਸਕਣ? ਮੈਨੂੰ ਲੱਗਦਾ ਹੈ ਕਿ ਉਹ ਸਾਰੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਸਭ ਤੋਂ ਵੱਡੀਆਂ ਚਿੰਤਾਵਾਂ ਹਨ। ਪੂਰਬੀ ਯੂਪੀ ਵਿੱਚ ਤੁਹਾਡੇ ਕਿੰਨੇ ਵੋਟਰ ਹਨ, ਖਾਸ ਤੌਰ ਤੇ ਜੋ ਪੱਛਮੀ ਯੂਪੀ ਨਾਲੋਂ ਗਰੀਬ ਖੇਤਰ ਹੈ, ਹੋਰ ਥਾਵਾਂ ਤੇ ਚਲੇ ਗਏ ਹਨ ਅਤੇ ਇਸ ਲਈ ਵਾਪਸ ਆ ਕੇ ਵੋਟ ਨਹੀਂ ਪਾ ਸਕਦੇ? ਕਿਉਂਕਿ ਅਸੀਂ ਪੂਰਬੀ ਯੂਪੀ ਵਿੱਚ ਮਰਦਾਂ ਦੀ VOTING ਦੇਖਦੇ ਹਾਂ, ਬਹੁਤ ਘੱਟ ਹੈ। ਹਾਂ, ਚੁਣੌਤੀਆਂ ਆਈਆਂ ਹਨ ਅਤੇ ਇਹੀ ਗੱਲ ਹੈ ਕਿ ਮੈਡਮ ਨੇ ਸੂਬੇ ਨੂੰ 2 ਹਿੱਸਿਆਂ ਵਿੱਚ ਵੰਡਣ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਉਸ ਖਾਸ ਖੇਤਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ, ਨਾ ਸਿਰਫ ਆਰਥਿਕ ਸਗੋਂ ਪ੍ਰਸ਼ਾਸਕੀ ਫੋਕਸ, ਤਾਂ ਜੋ ਵਿਕਾਸ ਪਿਛਲੇ ਸਮੇਂ ਨਾਲੋਂ ਬਿਲਕੁਲ ਵੱਖਰੀ ਗਤੀ ਨਾਲ ਹੋ ਸਕੇ। ਇੱਥੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸੂਰਜ ਅਤੇ ਗਰਮੀ ਤੁਹਾਨੂੰ ਪਰੇਸ਼ਾਨ ਨਹੀਂ ਕਰਦੇ। ਤੁਸੀਂ ਸਪਸ਼ਟ ਤੌਰ ਤੇ ਇਸ ਮੌਸਮ ਵਿੱਚ ਹਰ ਸਮੇਂ ਭਾਸ਼ਣ ਦੇ ਰਹੇ ਹੋ। ਮੈਨੂੰ ਲੱਗਦਾ ਹੈ ਕਿ ਬਚਪਨ ਤੋਂ ਹੀ ਗਰਮੀ ਮੇਰੇ ਲਈ ਕੋਈ ਸਮੱਸਿਆ ਨਹੀਂ ਰਹੀ ਹੈ, ਇਸ ਲਈ ਇਹ ਮੇਰੇ ਫਾਇਦੇ ਲਈ ਕੰਮ ਕਰਦਾ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸੱਚਮੁੱਚ ਹੀ ਬਹੁਤ ਧੰਨਵਾਦ। ਮੈਂ ਇਸ ਦੀ ਕਦਰ ਕਰਦਾ ਹਾਂ।